ਪੜ੍ਹੋ, ਸੁਣੋ, ਦੇਖੋ ਸਾਹਿਤ ਪਾਠ। ਜਸਵੰਤ ਸਿੰਘ ਕੰਵਲ ਦੁਆਰਾ ਰਚਿਤ ਨਾਵਲ ਰੂਪਧਾਰਾ ਦੇ 6ਵੇਂ ਕਾਂਡ ਦਾ ਇਹ ਪਹਿਲਾ ਭਾਗ। ਜਦ ਛੁੱਟੀ ਦੇ 4 ਦਿਨ ਰਹਿ ਗਏ ਤਦ ਕੇਸਰ ਨੇ ਰੂਪ ਨੂੰ ਸਲਾਹ ਦਿੱਤੀ, ਕੋਲ ਸਾਰਾ 100 ਰੁਪਇਆ ਹੀ ਰਹਿ ਗਿਆ, ਕੇਸ ਦੇ ਫੈਸਲੇ ਤੱਕ ਨੌਕਰੀ ਵੀ ਨਹੀਂ ਛੱਡੀ ਜਾ ਸਕਦੀ, ਸੋ ਜੇਕਰ ਤੂੰ ਕੇਸ ਦੇ ਫੈਸਲੇ ਤੱਕ ਇੱਥੇ ਰਹਿ ਪਵੇਂ ਮੈਂ ਅੱਧੀ ਤਨਖਾਹ ਨਾਲ ਗੁਜ਼ਾਰਾ ਕਰ ਲਿਆ ਕਰਾਂਗਾ। ਰੂਪ ਸੁਣ ਕੇ ਖਾਮੋਸ਼ ਹੋ ਗਈ। ਪੂਰੀਆਂ ਪਲਕਾਂ ਖੋਲ੍ਹਦਿਆਂ ਰੂਪ ਨੇ ਇੱਕ ਵਾਰ ਕੇਸਰ ਵੱਲ ਤੱਕਿਆ, ਜਿਵੇਂ ਕਹਿਣਾ ਚਾਹੁੰਦੀ ਸੀ, ਇੱਥੇ ਰਹਿਣ ਲਈ ਮੈਨੂੰ ਤੁਸੀਂ ਆਖਦੇ ਹੋ। ਕੇਸਰ ਨੇ ਉਸ ਦੀਆਂ ਨਜ਼ਰਾਂ 'ਚੋਂ ਸਭ ਕੁਝ ਪੜ੍ਹ ਲਿਆ। ਉਸ ਦਾ ਆਪਣਾ ਦਿਲ ਵੀ ਰੂਪ ਨੂੰ ਪਿੰਡ ਛੱਡਣ ਲਈ ਨਹੀਂ ਮੰਨਿਆ ਸੀ, ਪਰ ਹੁਣ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹਾ ਸੀ। ਆਪ ਉਹ ਮਾੜੀ ਖੁਰਾਕ ਖਾ ਸਕਦੇ ਸਨ, ਪਰ ਬੱਚਿਆਂ ਨੂੰ ਦੁੱਧੋਂ ਥੋੜੇ ਕਿਵੇਂ ਸਹਾਰਦੇ। ਘਰ ਦੁੱਧ ਘਿਓ ਦੀ ਕੋਈ ਤਰੋਟ ਨਹੀਂ ਸੀ, ਪਰ ਰੂਪ ਨੂੰ ਰਹਿਣ ਲਈ ਰਾਜ਼ੀ ਕੌਣ ਕਰੇ। ਉਸ ਜੇਰਾ ਕਰਕੇ ਫਿਰ ਕਿਹਾ, ਜੇ ਇੱਥੇ ਨਹੀਂ ਤਾਂ ਪੇਕੇ ਰਹਿ ਪੈ, ਸ਼ਾਇਦ ਕੇਸ ਦਾ ਛੇਤੀ ਹੀ ਫੈਸਲਾ ਹੋ ਜਾਵੇ। ਰੂਪ ਨੇ ਕੇਸਰ ਨੂੰ ਦੁਬਾਰਾ ਦੇਖਦਿਆਂ ਸੋਚਿਆ, ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਅੱਜ, ਇਹ ਕਿੰਨੇ ਪਿਆਰੇ ਤੇ ਖੂਬਸੂਰਤ ਹੁੰਦੇ ਸਨ। ਰੂਪ ਨੇ ਲੰਮਾ ਹੌਕਾ ਲਿਆ, ਪਰ ਕੇਸਰ ਨੂੰ ਮਾਲੂਮ ਨਾ ਹੋਣ ਦਿੱਤਾ। ਪਰ ਗੁਜ਼ਾਰਾ ਨਾ ਹੋਣ ਦੇ ਮਸਲੇ ਵਿੱਚ ਇਹ ਸੱਚੇ ਜ਼ਰੂਰ ਸਨ, ਪਰ ਮੈਂ ਵੀ ਜਿੰਨੀ ਹੋ ਸਕਦੀ ਸੀ ਨਾਲ ਮਿਹਨਤ ਕਰਦੀ ਰਹੀਆਂ। ਉਸ ਆਪਣੀ ਨੀਵੀਂ ਚੁੱਕੀ। ਕੇਸਰ ਅਨੁਭਵ ਕਰ ਚੁੱਕਾ ਸੀ ਕਿ ਰੂਪ ਜਵਾਬ ਨਹੀਂ ਦੇਵੇਗੀ। ਸੁਣੋ, ਉਹ ਬੋਲੀ, ਪੇਕੇ ਮੇਰੇ ਹੈ ਨਹੀਂ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਮੈਂ ਬੇਜੀ ਦਾ ਪਹਿਲਾਂ ਹੀ ਅਹਿਸਾਨ ਨਹੀਂ ਚੁਕਾ ਸਕਦੀ। ਮੈਂ ਤਾਂ ਇਹ ਸੋਚਦੀ ਰਹੀ ਹਾਂ ਕਿ ਰੱਬ ਬਰਕਤ ਦੇਵੇ, ਮੈਂ ਬੇਜੀ ਨੂੰ ਧੀ ਹੋਣ ਦੀ ਥਾਂ ਪੁੱਤ ਬਣ ਕੇ ਵਿਖਾਵਾਂ ਤੇ ਥੋੜਾ ਬਹੁਤਾ ਸੁੱਖ ਦੇਵਾਂ। ਆਪਣਾ ਅਤੇ ਬੱਚਿਆਂ ਦਾ ਭਾਰ ਲੈ ਕੇ ਮੈਂ ਉੱਥੇ ਜਾ ਬੈਠਾਂ, ਮੇਰਾ ਦਿਲ ਨਹੀਂ ਮੰਨਦਾ। ਭਾਵੇਂ ਬੇਜੀ ਕੁਝ ਨਹੀਂ ਆਖੇਗੀ, ਪਰ ਘਰ ਵਿੱਚ ਉਹ ਮਸੀਂ ਸੁੱਖ ਦਾ ਸਾਹ ਲੈਣ ਲੱਗੀ ਹੈ। ਉਸ ਸਾਰੀ ਉਮਰ ਸੂਲਾਂ ਤੇ ਪੈ ਕੇ ਕੱਟੀ ਹੈ। ਉਹ ਕਹਿੰਦੀ ਕਹਿੰਦੀ ਰੁਕ ਗਈ। ਕੇਸਰ ਸੋਚਾਂ ਦੀਆਂ ਚੋਭਾਂ 'ਚ ਕਸੀਸ ਭਰੀ ਬੈਠਾ ਸੀ ਅਤੇ ਆਲੇ ਦੁਆਲੇ ਨੂੰ ਘੂਰ ਰਿਹਾ ਸੀ। ਰੂਪ ਫਿਰ ਆਖਣ ਲੱਗੀ, ਇਹ ਠੀਕ ਹੈ ਕਿ ਧਰਮਸ਼ਾਲਾ 'ਚ ਸਾਡਾ ਗੁਜ਼ਾਰਾ ਨਹੀਂ ਹੋਵੇਗਾ। ਮੈਂ ਨਿਆਣੀ ਤਾਂ ਨਹੀਂ ਕਿ ਵਿਚਲੀ ਗੱਲ ਨੂੰ ਨਾ ਸਮਝਾਂ। ਮੈਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ, ਪਰ ਪੇਕੀ ਬਹਿ ਕੇ ਮਸ਼ੀਨ ਨਹੀਂ ਚਲਾ ਸਕਦੀ। ਇਹ ਉਹਨਾਂ ਦੀ ਇੱਜ਼ਤ ਦਾ ਵੀ ਸਵਾਲ ਹੈ। ਇੱਥੇ ਉਹ ਕੰਮ ਹੋ ਸਕਦਾ ਸੀ, ਪਰ ਉਸ ਗੱਲ ਕੇਸਰ ਦੇ ਸਮਝ ਜਾਣ ਲਈ ਵਿਚਕਾਰ ਹੀ ਛੱਡ ਦਿੱਤੀ। ਚਲੋ ਠੀਕ ਹੈ, ਤਿਆਰੀਆਂ ਕਰੋ। ਜਿਹੜੀਆਂ 4 ਟੂਮਾਂ ਰਹਿੰਦੀਆਂ ਨੇ ਉਹ ਵੇਚ ਦਿਆਂਗੇ, ਫਿਰ ਵੇਖੀ ਜਾਵੇਗੀ। ਕੇਸਰ ਨੇ ਲਾਪਰਵਾਹੀ ਨਾਲ ਵੇਖਿਆ। ਰੂਪ ਦੇ ਉਸ ਨੂੰ ਇਸ ਤਰ੍ਹਾਂ ਵੇਖਣ ਅਤੇ ਉਖੜੀਆਂ ਗੱਲਾਂ ਕਰਨ ਤੋਂ ਬੜਾ ਦੁੱਖ ਹੋਇਆ ਤੇ ਉਹ ਅੰਦਰੋਂ ਅੰਦਰੀ ਚੀਰੀ ਜਾ ਰਹੀ ਸੀ। ਸਾਰੀ ਦੁਨੀਆ ਗਲਤ ਸਮਝੇ ਇੱਕ ਦੁੱਖ ਨਹੀਂ, ਪਰ ਸਾਥੀ ਸ਼ੱਕੀ ਨਿਗਾਹ ਨਾਲ ਵੀ ਵੇਖੇ, ਬਸ ਜਿਉਂਦੇ ਹੀ ਮਰਨ ਹੋ ਜਾਂਦਾ ਹੈ। ਤੁਸੀਂ ਇਸ ਔਖੇ ਵੇਲੇ ਘਰੋਂ ਮਦਦ ਕਿਉਂ ਨਹੀਂ ਮੰਗ ਲੈਂਦੇ? ਹੁਣ ਓਪਰੇ ਥੋੜਾ ਸਮਝਣਗੇ ਜਦ ਘਰ ਹੀ ਲੈ ਆਏ। ਮੰਗਣ ਨੂੰ ਜੀ ਨਹੀਂ ਕਰਦਾ। ਕੇਸਰ ਨੂੰ ਨਿੱਛ ਆ ਗਈ। ਸ਼ਾਇਦ ਆਖਣ, ਦੇਣੇ ਤਾਂ ਕੀ ਹੈ, ਉਲਟੇ ਸਾਥੋਂ ਮੰਗਦੇ ਆ। ਦੂਜੇ ਜੇ ਨਾ ਕਰ ਦਿੱਤੀ ਰਹਿਣਾ ਕੱਖ ਨਹੀਂ। ਜੇ ਜਵਾਬ ਦੇ ਦੇਣਗੇ ਘਰਦਿਆਂ ਦਾ ਦੁੱਧ ਪਾਣੀ ਤਾਂ ਵੇਖਿਆ ਜਾਵੇਗਾ। ਰੂਪ ਘਰਦਿਆਂ ਨੂੰ ਪਰਤਿਆਉਣਾ ਚਾਹੁੰਦੀ ਸੀ। ਤੇਰੀ ਮਰਜ਼ੀ ਹੈ, ਪਰ ਦਿਲ ਬਿਲਕੁਲ ਨਹੀਂ ਮੰਨਦਾ। ਕੇਸਰ ਦਿਲ ਕਰੜਾ ਕਰਕੇ ਉੱਠ ਖਲੋਤਾ ਤੇ ਜਾਂਦਾ ਜਾਂਦਾ ਸੋਚ ਰਿਹਾ ਸੀ, ਬਾਪੂ ਨਾਲ ਕਿਵੇਂ ਗੱਲ ਤੋਰਾਂ। ਦੁੱਲਾ ਸਿੰਘ ਹਵੇਲੀ ਮੰਜੇ ਉੱਤੇ ਗਰਨੇ ਕੱਢ ਰਿਹਾ ਸੀ। ਕੇਸਰ ਨੇ ਕੋਲ ਜਾ ਕੇ ਤੀਲ ਚੁੱਕ ਲਈ। ਗੱਲ ਕਰਨ ਲੱਗਿਆਂ ਉਸ ਦਾ ਦਿਲ ਧੜਕ ਰਿਹਾ ਸੀ। ਬਾਪੂ, ਸਾਡੀ ਛੁੱਟੀ ਮੁੱਕਣ ਵਾਲੀ ਹੈ। ਕੇਸਰ ਨੇ ਉਸ ਨੂੰ ਜੀ ਕਹਿਣਾ ਛੱਡ ਦਿੱਤਾ ਸੀ। ਹੁਣ ਉਹ ਆਪਣੇ ਮਤਲਬ ਲਈ ਵੀ ਜੀ ਨਾ ਆਖ ਸਕਿਆ। ਕਿਉਂ, ਜਾਣ ਦੀ ਸਲਾਹ ਨਹੀਂ? ਦੁੱਲਾ ਸਿੰਘ ਗੱਲ ਦੇ ਸਿਰ ਨਾ ਹੋਇਆ। ਮੇਰੇ ਤੇ ਇੱਕ ਕੇਸ ਬਣ ਗਿਆ ਸੀ ਬੰਗਲੌਰ, ਉਦੋਂ ਤੋਂ ਅੱਧੀ ਤਨਖਾਹ ਮਿਲਦੀ ਹੈ। ਕੇਸ ਮੁੱਕ ਜਾਣ ਪਿੱਛੋਂ ਮੈਨੂੰ ਸਾਰਾ ਬਕਾਇਆ ਮਿਲ ਜਾਵੇਗਾ, ਪਰ ਹੁਣ ਸਾਡਾ ਅੱਧੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਇਸ ਲਈ ਸਾਡੀ 200-300 ਰੁਪਏ ਦੀ ਮਦਦ ਕਰ ਦੇਵੋ। ਕੇਸਰ ਨੇ ਆਪਣਾ ਆਪ ਆਖਦਿਆਂ ਹਥਲੀ ਤੀਲ ਨੂੰ 2-3 ਥਾਵਾਂ ਤੋਂ ਤੋੜ ਸੁੱਟਿਆ। ਦੁੱਲਾ ਸਿੰਘ ਕੰਮ ਛੱਡ ਕੇ ਉਸ ਦੀ ਗੱਲ ਸੁਣਦਾ ਰਿਹਾ ਸੀ। ਪੈਸੇ ਭੇਜਣਾ ਸੁਣ ਕੇ ਉਸ ਦੀ ਜਿਲਦ ਇੱਕ ਪਲ ਲਈ ਚਮਕੀ, ਪਰ ਦੇਣੇ ਸੁਣ ਕੇ ਇੱਕਦਮ ਕਾਲੀ ਪੈ ਗਈ। ਉਹ ਜਵਾਬ ਦੇਣ ਲਈ ਭਾਵੇਂ ਤਿਆਰ ਨਹੀਂ ਸੀ, ਪਰ ਲੈਣ ਦੇਣ ਦੇ ਕਾਰੋਬਾਰ ਵਿੱਚ ਉਹ ਹੰਢ ਕੇ ਕਾਫੀ ਪਕਰੋੜ ਹੋ ਚੁੱਕਾ ਸੀ। ਨੌਕਰ ਤਾਂ ਪੈਸੇ ਲਿਆ ਕੇ ਦਿੰਦੇ ਆ, ਘਰੋਂ ਲਿਜਾਂਦੇ ਨਹੀਂ ਸੁਣੇ। ਅਸੀਂ ਹੀ ਸੀ ਬਾਪੂ ਜਿਹੜੇ ਅੱਧੀ ਤਨਖਾਹ ਨਾਲ ਹੀ ਗੁਜ਼ਾਰਾ ਕਰੀ ਗਏ। ਘਿਓ ਧੜੀ ਪਸੇਰੀ ਲੈ ਜਾਵੀਂ, ਰੁਪਈਆ ਤਾਂ ਘਰ ਕੋਈ ਹੈ ਨਹੀਂ। ਦੁੱਲਾ ਸਿੰਘ ਮਨ 'ਚ ਬੜਾ ਖੁਸ਼ ਹੋਇਆ। ਹੁਣ ਠੀਕ ਹੋਵੋਗੇ। ਅੱਗੇ ਤੁਸੀਂ ਵੀ ਸਾਨੂੰ ਕੱਖ ਨਹੀਂ ਸੀ ਸਮਝਿਆ। ਸਾਨੂੰ ਰੁਪਏ ਜ਼ਰੂਰ ਚਾਹੀਦੇ ਆ, ਭਾਵੇਂ ਕਿਵੇਂ ਕਰੋ। ਕੇਸਰ ਨੇ ਇੱਕ ਤਰ੍ਹਾਂ ਲਾਚਾਰੀ ਪ੍ਰਗਟ ਕੀਤੀ। ਹੁਣ ਤਾਂ ਮੁਸ਼ਕਲ ਹੈ, ਮੁਕੱਦਮਾ ਬੜੇ ਰੁਪਈਏ ਖਾ ਗਿਆ। ਸੌਣੀ ਲੱਗੀ ਨਹੀਂ, ਕਿਸੇ ਸਾਮੀ ਦੇ ਤਰਨ ਦੀ ਵੀ ਕੋਈ ਝਾਕ ਨਹੀਂ। ਜੇ ਤੇਰਾ ਮੁੱਲੋਂ ਹੀ ਨਾ ਸਰਿਆ ਤੇ ਚਿੱਠੀ ਪਾ ਦੇਵੀਂ, ਕੋਈ ਪਾੜ ਪੱਟ ਲਵਾਂਗੇ। ਦੁੱਲਾ ਸਿੰਘ ਚਤਰਾਈ ਤਾਂ ਕਰ ਹੀ ਰਿਹਾ ਸੀ, ਪਰ ਉਹ ਚਾਹੁੰਦਾ ਸੀ ਇਹ ਚੱਜ ਨਾਲ ਨਿਸਲ ਹੋ ਜਾਣ, ਫਿਰ ਥੋੜੀ ਬਹੁਤ ਮਦਦ ਕਰ ਦੇਵਾਂਗਾ। ਕੇਸਰ ਘਰ ਨੂੰ ਮੁੜ ਆਇਆ।
ਉਸ ਨੂੰ ਨਿਸ਼ਚਾ ਹੋ ਚੁੱਕਾ ਸੀ ਕਿ ਜਿਹੜਾ ਮੰਗਿਆ ਨਹੀਂ ਦਿੰਦਾ ਚਿੱਠੀ ਵੇਖਣ ਸਾਰ ਕਿੱਥੋਂ ਭੇਜ ਦੇਵੇਗਾ। ਉਹ ਚੁਬਾਰੇ ਮੰਜੇ ਤੇ ਆਣ ਡਿੱਗਾ। ਮੂੰਹ ਥੁਕਵਾ ਕੇ ਉਸ ਦਾ ਇੱਕ ਤਰ੍ਹਾਂ ਲੱਕ ਟੁੱਟ ਗਿਆ ਸੀ। ਉਸ ਨੂੰ ਮੁੜ ਕੇ ਰੂਪ ਤੇ ਹੀ ਹੋਸਾ ਆ ਗਿਆ। ਰੂਪ ਨੇ ਬਾਹਰੋਂ ਆਉਂਦੇ ਕੇਸਰ ਦੀ ਉਖੜੀ ਚਾਲ ਹੀ ਪਛਾਣ ਲਈ ਸੀ। ਉਦਾਸ ਚਿਹਰਾ ਵੇਖ ਕੇ ਉਹ ਬੜੀ ਦੁਖੀ ਹੋਈ। ਰੱਬਾ, ਮੇਰਾ ਅੱਗੇ ਵਾਂਗ ਕੰਮ ਚੱਲ ਪਵੇ, ਮੈਂ ਇਹਨਾਂ ਨੂੰ ਰੱਤੀ ਭਰ ਤਕਲੀਫ ਨਾ ਦੇਵਾਂ। ਪਰ ਉਸ ਦੀ ਸੋਚ ਮੁੜ ਘਿੜ ਕੇ ਪਰ ਦੀਆਂ ਬ੍ਰੇਕਾਂ ਖਾ ਜਾਂਦੀ। ਕਾਸ਼ ਮੈਂ ਪੜ੍ਹਾਉਣ ਜੋਗੀ ਹੁੰਦੀ। ਉਸ ਨੂੰ ਕਿਸੇ ਪਾਸੇ ਵੀ ਚਾਨਣੀ ਰੇਸ਼ਮ ਨਹੀਂ ਸੀ ਦਿਖ ਰਹੀ। ਉਹ ਦੁੱਧ ਦੀ ਗੜਵੀ ਲੈ ਕੇ ਚੁਬਾਰੇ ਆ ਗਈ। ਲਓ ਦੁੱਧ ਪੀ ਲਓ। ਰੂਪ ਕੇਸਰ ਦੇ ਚਿਹਰੇ ਤੋਂ ਅੰਦਰ ਪੜਨ ਦਾ ਯਤਨ ਕਰ ਰਹੀ ਸੀ। ਮੈਂ ਨਹੀਂ ਪੀਣਾ। ਉਹ ਬੇਧਿਆਨ ਜਿਹਾ ਹੋਇਆ ਰਿਹਾ। ਰੂਪ ਨੇ ਦੁੱਧ ਹਿਲਾ ਕੇ ਗਲਾਸ ਗੜਬੀ ਉੱਤੇ ਮੁੱਦਾ ਮਾਰ ਦਿੱਤਾ। ਕੋਈ ਗੱਲ ਹੋਈ? ਹਾਂ, ਮੂੰਹ ਥਕਵਾਉਣਾ ਸੀ, ਤੇਰੇ ਕਹਿਣ ਤੇ ਥੁਕਾ ਲਿਆ। ਉਸ ਰੂਪ ਵੱਲ ਵੇਖੇ ਬਿਨਾ ਮਸੋਸੀ ਵੱਟੀ ਰੱਖੀ। ਰੂਪ ਹੋਰ ਸਭ ਕੁਝ ਬਰਦਾਸ਼ਤ ਕਰ ਸਕਦੀ ਸੀ, ਪਰ ਕੇਸਰ ਦਾ ਵੱਟਿਆ ਅਤੇ ਪਰਾ ਹੋਇਆ ਮੂੰਹ ਨਹੀਂ ਸੀ ਸਹਾਰ ਸਕਦੀ। ਮੇਰੀ ਇੱਕ ਗੱਲ ਮੰਨੋ, ਅੱਗੇ ਮੰਨ ਕੇ ਰੰਗ ਨਹੀਂ ਲੱਗਾ। ਇਸ ਤਰ੍ਹਾਂ ਲੰਮੇ ਪੈਣ ਨਾਲ ਕੁਝ ਨਹੀਂ ਬਣਨਾ। ਰੂਪ ਨੇ ਮੰਜੇ ਉੱਤੇ ਬਹਿ ਕੇ ਕੇਸਰ ਨੂੰ ਹਲੂਣਿਆ। ਮੇਰੇ ਉੱਤੇ ਇੱਕ ਵਾਰ ਵਿਸ਼ਵਾਸ ਕਰੋ ਅਤੇ ਜਿਵੇਂ ਮੈਂ ਕਹਿੰਨੀ ਆ ਮਿੰਨਤ ਮੰਨ ਕੇ ਹੀ ਕਰੋ। ਕੇਸਰ ਨੇ ਦਿਲੀ ਚੀਜ਼ ਅਨੁਭਵ ਕਰਦਿਆਂ ਮੂੰਹ ਉਸ ਵੱਲ ਕਰ ਲਿਆ। ਰੂਪ ਨੇ ਉਸ ਦੇ ਚਿਹਰੇ ਨੂੰ ਹੁੰਗਾਰੇ ਦਾ ਸਾਕਾਰ ਰੂਪ ਸਮਝਦਿਆਂ ਅੱਗੇ ਆਖਿਆ, ਤੁਸੀਂ ਅੱਧੀ ਤਨਖਾਹ ਨਾਲ ਗੁਜ਼ਾਰਾ ਕਰ ਲਵੋਗੇ? ਕੇਸਰ ਨੇ ਸਿਰ ਹਿਲਾ ਕੇ ਹਾਮੀ ਭਰੀ। ਮੇਰੀ ਮਸ਼ੀਨ ਤੇ ਗਹਿਣੇ ਵੇਚ ਦਿਓ। ਫਿਰ ਕੇਸਰ ਦਾ ਹੌਸਲਾ ਮਿੱਟੀ ਹੋ ਗਿਆ। ਉਸ ਦੇ ਖਿਆਲ ਮੁਤਾਬਕ ਗੱਲ ਉੱਥੇ ਦੀ ਉੱਥੇ ਖਲੋਤੀ ਸੀ। ਫਿਰ ਕੀ 84 ਇਸ ਤਰ੍ਹਾਂ ਹੀ ਮੁੱਕ ਸਕਦੀ ਹੈ ਜਿਵੇਂ ਮੈਂ ਆਖਦੀ ਹਾਂ। ਤੁਸੀਂ ਦੱਸੋ ਸਾਰੀ ਰਕਮ ਕਿੰਨੀ ਕੁ ਹੋ ਜਾਵੇਗੀ? ਰੂਪ ਨੇ ਤਸੱਲੀ ਨਾਲ ਆਖਿਆ, ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ? ਜਿਵੇਂ ਅਸੀਂ ਅੱਗੇ ਮਸ਼ੀਨ ਖਰੀਦਣ ਵਿੱਚ ਭਗਵੰਤ ਤੋਂ ਰਕਮ ਫੜ ਕੇ ਛਾਲ ਮਾਰੀ ਸੀ, ਹੁਣ ਮੈਂ ਉਸ ਤੋਂ ਵੀ ਵੱਡੀ ਛਾਲ ਮਾਰਨਾ ਚਾਹੁੰਦੀ ਹਾਂ ਜੇ ਤੁਸੀਂ ਸਾਥ ਦੇਵੋ। ਕੇਸਰ ਨੇ ਰੂਪ ਨੂੰ ਹੌਸਲੇ ਵਿੱਚ ਦੇਖ ਕੇ ਦਿਲ ਕਰੜਾ ਕੀਤਾ ਅਤੇ ਰੂਪ ਦੀ ਛਾਲ ਸਮਝਣ ਲਈ ਕਹਿ ਦਿੱਤਾ, 1200-1300 ਦੀ ਹੋ ਜਾਵੇਗੀ ਤਾਂ ਝਟਪਟ ਵੇਚ ਦੇਵੋ। ਉਹ ਇੱਕ ਸਾਹ ਹੀ ਕਹਿ ਗਈ, ਮੈਂ ਰਹਿੰਦੇ 3-4 ਮਹੀਨਿਆਂ ਵਿੱਚ ਸ਼ਹਿਰ ਦੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਦਾਖਲ ਹੋ ਕੇ 10ਵੀਂ ਜ਼ਰੂਰ ਕਰ ਲਵਾਂਗੀ। ਹੋਰ ਕਮਜ਼ੋਰੀ ਦਿਸੀ ਟਿਊਸ਼ਨ ਰੱਖ ਲਵਾਂਗੀ ਤੇ ਅਗਲੇ ਸਾਲ ਬੇਸਿਕ ਕਰ ਲਵਾਂਗੀ। ਮੈਂ 1000-1100 ਨਾਲ ਸਾਰ ਲਵਾਂਗੀ। ਹੋਰ ਇੱਕ ਪੈਸੇ ਦਾ ਵੀ ਫਿਕਰ ਨਾ ਕਰਨਾ। ਤੇਰਾ ਦਿਮਾਗ ਜ਼ਰੂਰ ਖਰਾਬ ਹੋ ਗਿਆ। ਤੂੰ ਪੜ੍ਹੇਂਗੀ ਤੇ ਬੱਚੇ? ਉਹ ਨਿਰਾਸ਼ਾ ਵਿੱਚ ਹੱਸ ਪਿਆ। ਤੁਸੀਂ ਬੱਚਿਆਂ ਦਾ ਫਿਕਰ ਨਾ ਕਰੋ, ਮੈਂ ਬੇਜੀ ਨੂੰ ਸਾਲ ਖੰਡ ਲਈ ਹੋਰ ਤਕਲੀਫ ਦੇ ਲਵਾਂਗੀ। ਰੂਪ ਨੇ ਤਰਲੇ ਨਾਲ ਆਖਿਆ, ਰੱਬ ਦੇ ਵਾਸਤੇ ਤੁਸੀਂ ਮੰਨ ਜਾਓ, ਮੈਂ ਤੁਹਾਨੂੰ ਇਸ ਤਰ੍ਹਾਂ ਡਿੱਗਿਆ ਨਹੀਂ ਵੇਖ ਸਕਦੀ। ਮੈਂ ਸਭ ਕੁਝ ਕਰ ਜਾਵਾਂਗੀ, ਤੁਸੀਂ ਮੇਰੇ ਤੇ ਯਕੀਨ ਕਰੋ। ਮੇਰੇ ਮਾਸਟਰਨੀ ਲੱਗ ਜਾਣ ਪਿੱਛੋਂ ਅਸੀਂ ਕਦੇ ਜ਼ਿੰਦਗੀ ਪਰ ਔਖੇ ਨਹੀਂ ਹੋਵਾਂਗੇ। ਕੇਸਰ ਸੋਚੀ ਪੈ ਗਿਆ। ਮਾਸਟਰਨੀ? ਰੂਪ ਪਿੰਡ ਪਿੰਡ ਪੜ੍ਹਾਇਆ ਕਰੇਗੀ, ਸ਼ਹਿਰ ਮੇਰੀਆਂ ਅੱਖਾਂ ਤੋਂ ਪਰੇ ਪੜੇਗੀ? ਉਸ ਕਿੰਨਾ ਹੀ ਚਿਰ ਕੋਈ ਜਵਾਬ ਨਾ ਦਿੱਤਾ ਅਤੇ ਅਖੀਰ ਨਹੀਂ ਵਿੱਚ ਸਿਰ ਫੇਰ ਦਿੱਤਾ। ਚੰਨਿਆ, ਮੈਂ ਤੇਰੇ ਪਿਆਰ ਦੇ ਆਸਰੇ ਇਹਨਾਂ ਮੁਸ਼ਕਲਾਂ ਤੋਂ ਪਾਰ ਹੋ ਜਾਵਾਂਗੀ। ਸਿਰਫ ਮੈਨੂੰ ਇੱਕ ਵਾਰ ਮੌਕਾ ਦੇਵੋ। ਉਸ ਕੇਸਰ ਦੇ ਹੱਥ ਫੜ ਲਏ। ਤੈਨੂੰ ਕੀ ਪਤਾ ਏ ਮਾਸਟਰਨੀਆਂ ਨਾਲ ਕਿਵੇਂ ਬੀਤਦੀ ਹੈ ਪਿੰਡਾਂ 'ਚ? ਕੇਸਰ ਆਪਣੀ ਥਾਂ ਸੱਚਾ ਤੇ ਸਹੀ ਸੀ। ਰੂਪ ਅੱਗੇ ਸਮਾਜੀ ਹਕੀਕਤ ਡਰਾਮੇ ਦੀ ਝਾਕੀ ਵਾਂਗ ਫਿਰ ਗਈ, ਜਿਸ ਵਿੱਚ ਵਿਭਚਾਰ ਦਾ ਸੀਨ ਵਿਖਾਇਆ ਗਿਆ ਸੀ। ਉਹ ਅੰਦਰੇ ਅੰਦਰ ਲਰਜ਼ ਗਈ, ਪਰ ਉਸ ਦਾ ਇਰਾਦਾ ਕਿਸੇ ਚਟਾਨ ਉੱਤੇ ਪੈਰ ਜਮਾਈ ਬੈਠਾ ਸੀ, ਜਿਸ ਨੂੰ ਇਖਲਾਕਹੀਣ ਲਹਿਰਾਂ ਨਾ ਉਖੇੜ ਸਕੀਆਂ। ਉਸ ਆਪਣਾ ਆਪ ਫਿਰ ਤਾਣ ਲਿਆ, ਜੇ ਤੁਸੀਂ ਭਰੋਸਾ ਕਰੋ ਮੈਨੂੰ ਕੋਈ ਝੱਕੜ ਤੂਫਾਨ ਨਹੀਂ ਡੁਲਾ ਸਕਦੇ। ਚੰਨਿਆ, ਮੈਨੂੰ ਛਾਲ ਮਾਰ ਲੈਣ ਦੇਵੋ। ਮੈਨੂੰ ਆਪਣੀ ਮਿਹਨਤ ਅਤੇ ਚੱਲਣ ਉੱਤੇ ਪੂਰਾ ਮਾਣ ਹੈ। ਭਵਿੱਖ ਵਿੱਚ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਵੀ ਨਿਖਰ ਜਾਣਗੀਆਂ। ਇਹ ਖਿਆਲ ਤੈਨੂੰ ਆਇਆ ਕਿੱਥੋਂ? ਕੇਸਰ ਲਗਾਤਾਰ ਨਾ ਕਰੀ ਜਾ ਰਿਹਾ ਸੀ। ਇਹ ਖਿਆਲ ਆ ਗਿਆ, ਜਿਵੇਂ ਵੀ ਔਖੇ ਹੋ ਕੇ ਸੋਚਿਆ, ਪਰ ਇਸ ਨੂੰ ਸਿਰੇ ਚੜ ਜਾਣ ਦਿਓ। ਨਹੀਂ ਰੂਪ, ਮੈਂ ਤੈਨੂੰ ਸਕੂਲਾਂ ਕਾਲਜਾਂ ਵਿੱਚ ਖੁਆਰ ਨਹੀਂ ਵੇਖ ਸਕਦਾ। ਉਹ ਉੱਠ ਕੇ ਜਾਣ ਲੱਗਾ। ਰੂਪ ਨੇ ਬਾਂਹ ਫੜ ਕੇ ਰੋਕ ਲਿਆ। ਦੁੱਧ ਤਾਂ ਪੀਂਦੇ ਜਾਓ, ਇਸ ਦਾ ਕੀ ਕਸੂਰ? ਉਸ ਗਲਾਸ ਭਰ ਕੇ ਅੱਗੇ ਕਰ ਦਿੱਤਾ। ਪੜ ਵੀ ਲਓ, ਕਿਉਂ ਮਰਿਆਂ ਨੂੰ ਮਾਰਦੇ ਹੋ? ਕੇਸਰ ਨੇ ਦੁੱਧ ਪੀ ਲਿਆ ਤੇ ਬਾਹਰ ਨੂੰ ਨਿਕਲ ਗਿਆ। ਰਾਤੀ ਫਿਰ ਬੇਸਿਕ ਕਰਨ ਦੀ ਚਰਚਾ ਛਿੜੀ। ਆਖਰ ਰੂਪ ਨੇ ਤਰਲੇ ਮਿੰਤਾਂ ਪਾ ਕੇ ਕੇਸਰ ਨੂੰ ਮਨਾ ਹੀ ਲਿਆ। ਉਸ ਦੇ ਮਨ ਜਾਣ ਪਿੱਛੋਂ ਉਹ ਅਤਿਅੰਤ ਪ੍ਰਸੰਨ ਹੋਈ। ਉਸ ਹਿੱਕ ਥਾਪੜੀ, ਹੁਣ ਮੈਂ ਅਜਿਹਾ ਸਵਰਗ ਉਸਾਰਾਂਗੀ ਜਿਸ ਨੂੰ ਕੋਈ ਭੁਚਾਲ ਵੀ ਨਾ ਹਿਲਾ ਸਕੇ। ਰੂਪ ਮਾਲਣ ਨੂੰ ਲੈ ਕੇ ਫਿਰੋਜ਼ਪੁਰ ਆ ਗਈ। ਹਾਲੇ ਉਹ ਅੱਡੇ ਚੋਂ ਨਿਕਲੀਆਂ ਹੀ ਸਨ ਕਿ ਰੂਪ ਨੇ ਸ਼ੇਰਿਆਣੇ ਦੇ ਇੱਕ ਬੰਦੇ ਨੂੰ ਆਪਣੇ ਵੱਲ ਝਾਕਦਿਆਂ ਵੇਖਿਆ। ਉਹ ਉਸ ਦਾ ਘਰਾਂ ਚੋਂ ਜੇਠ ਲੱਗਦਾ ਸੀ। ਉਸ ਝੱਟ ਹੀ ਮੂੰਹ ਦੂਜੇ ਬੰਨੇ ਕਰ ਲਿਆ। ਉਹ ਸੋਚਣ ਲੱਗੀ, ਸ਼ੇਰਿਆਣੇ ਦੇ ਤਾਂ ਅੱਧੇ ਪਿੰਡ ਨੇ, ਨਿਤ ਸ਼ਹਿਰ ਹੀ ਰਹਿਣਾ ਏ। ਕੋਈ ਕੁਝ ਆਖੇਗਾ, ਕੋਈ ਕੁਝ। ਲੋਕਾਂ ਦਾ ਕਿਹੜਾ ਮੂੰਹ ਫੜ ਲੈਣਾ ਏ? ਬੇਜੀ, ਇੱਥੇ ਨਹੀਂ ਦਾਖਲ ਹੋਣਾ, ਇੱਥੇ ਤਾਂ ਅੱਧਾ ਸ਼ੇਰਿਆਣਾ ਫਿਰਦਾ ਏ। ਰੂਪ ਨੇ ਇੱਕ ਚਿੰਤਾ ਪ੍ਰਗਟ ਕਰ ਦਿੱਤੀ। ਫੇਰ ਬੇਜੀ ਪੜ੍ਹਾਈ ਦੇ ਮਸਲੇ ਵਿੱਚ ਇੱਕ ਤਰ੍ਹਾਂ ਕੋਰੀ ਸੀ, ਪਰ ਉਸ ਇੱਕ ਸਲਾਹ ਦਿੱਤੀ,
ਮੋਗੇ ਨਹੀਂ ਠੀਕ, ਆਪਣਾ ਹਰਨੇਕ ਵੀ ਉੱਥੇ ਖਾਲਸਾ ਸਕੂਲ 'ਚ ਹੈ। ਚਲੋ ਹੁਣੇ ਮੋਗੇ ਨੂੰ ਮੁੜ ਚੱਲੀਏ। ਰੂਪ ਉੱਥੋਂ ਹੀ ਬੱਸਾਂ ਦੇ ਅੱਡੇ ਨੂੰ ਭੌਂ ਗਈ। ਮੋਗੇ ਨੂੰ ਆ ਰਹੀ ਬੱਸ 'ਚ ਬੈਠੀ ਰੂਪ ਸੋਚ ਰਹੀ ਸੀ, ਮੈਂ ਇਰਾਦਾ ਬਦਲ ਕੇ ਚੰਗਾ ਕੀਤਾ। ਮੋਗਾ ਰੂਪ ਦੇ ਸਹੁਰਿਆਂ ਤੋਂ 33-34 ਮੀਲ ਸੀ। ਉਹ ਬਿਨਾਂ ਕਿਸੇ ਮਾਨਸਿਕ ਤਕਲੀਫ ਦੇ ਆਪਣਾ ਸਵਾ ਸਾਲ ਇੱਕ ਮਨ ਮਿਹਨਤ ਨਾਲ ਪੂਰਾ ਕਰ ਸਕਦੀ ਸੀ। ਮੋਗੇ ਵਿੱਚ 2 ਪ੍ਰਾਈਵੇਟ ਕਾਲਜ ਸਨ ਜਿਹੜੇ 10ਵੀਂ ਤੋਂ ਲੈ ਕੇ BA ਤੱਕ ਕਰਵਾਉਂਦੇ ਸਨ। ਪਹਿਲਾ ਬਰਾੜ ਕਾਲਜ ਸੀ ਜਿਹੜਾ ਉਸ ਨੂੰ ਜਚਿਆ ਨਾ। ਉਸ ਨੂੰ ਚਲਾਉਣ ਵਾਲਾ ਖੂਬਸੂਰਤ ਨੌਜਵਾਨ ਬੜੀਆਂ ਲੱਛੇਦਾਰ ਗੱਲਾਂ ਕਰਦਾ ਸੀ ਤੇ ਹਰ ਦੂਜੀ ਗੱਲ ਉੱਤੇ ਬਿਨਾਂ ਵਜ੍ਹਾ ਹੀ ਹੱਸ ਪੈਂਦਾ ਸੀ। ਦੂਜਾ ਨੈਸ਼ਨਲ ਕਾਲਜ ਸੀ ਜਿਸ ਦਾ ਪ੍ਰਿੰਸੀਪਲ ਇੱਕ ਰਿਟਾਇਰਡ ਹੈੱਡਮਾਸਟਰ ਸੀ। ਉਸ ਨੂੰ ਦੇਖਿਆ ਅੰਦਰ ਕੁੜੀਆਂ ਦੀ ਕਲਾਸ ਲੱਗੀ ਹੋਈ ਸੀ। ਰੂਪ ਨੂੰ ਬਜ਼ੁਰਗ ਦੀ ਸੰਜੀਦਗੀ ਪਸੰਦ ਆ ਗਈ। ਫੀਸ ਆਦਿ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ। ਰੂਪ ਨੇ ਆਪਣੀ ਔਕੜ ਪ੍ਰਗਟ ਕੀਤੀ। ਪ੍ਰਿੰਸੀਪਲ ਜੀ, ਬੋਰਡਿੰਗ ਆਦਿ ਦਾ ਕੀ ਬੰਦੋਬਸਤ ਹੈ? ਬੀਬੀ, ਕਾਲਜ ਨਾਲ ਕੋਈ ਬੋਰਡਿੰਗ ਨਹੀਂ, ਪਰ 3-4 ਚੁਬਾਰੇ ਅਜਿਹੇ ਹਨ ਜਿਨ੍ਹਾਂ 'ਚ ਸਾਡੀਆਂ ਸਟੂਡੈਂਟਸ ਰਹਿੰਦੀਆਂ ਹਨ। ਜੇ ਤੁਹਾਡਾ ਕੋਈ ਹੋਰ ਬੰਦੋਬਸਤ ਨਾ ਹੋ ਸਕੇ ਤਦ ਉਹਨਾਂ ਨਾਲ ਜਗ੍ਹਾ ਦਵਾਈ ਜਾ ਸਕਦੀ ਹੈ, ਮਾਸਟਰ ਨੇ ਰੂਪ ਦੀ ਤਸੱਲੀ ਲਈ ਆਖਿਆ। ਜੇ ਇਸ ਤਰ੍ਹਾਂ ਹੋ ਜਾਵੇ ਫਿਰ ਤਾਂ ਬਹੁਤ ਹੀ ਚੰਗੀ ਗੱਲ ਹੈ। ਰੂਪ ਦੀਆਂ ਅੱਖਾਂ ਚਮਕ ਪਈਆਂ। ਮਾਸਟਰ ਜੀ, ਇਸ ਨੂੰ ਆਪਣੀ ਹੀ ਧੀ ਸਮਝਣਾ, ਮਾਲਣ ਨੇ ਮਾਪਿਆਂ ਦੀ ਹੈਸੀਅਤ ਤੋਂ ਆਖਿਆ। ਬੇਬੇ ਜੀ, ਹਰ ਤਰ੍ਹਾਂ ਆਪਣੀਆਂ ਧੀਆਂ ਨਾਲੋਂ ਵੱਧ ਧਿਆਨ ਰੱਖਦੇ ਹਾਂ। 5 ਸਾਲ ਤੋਂ ਕਿਸੇ ਕੁੜੀ ਦੇ ਮਾਂ-ਬਾਪ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਮੈਨੂੰ ਕਿਸੇ ਟਿਊਸ਼ਨ ਦਾ ਵੀ ਬੰਦੋਬਸਤ ਕਰ ਦੇਵੋਗੇ? ਮੈਂ ਹਰ ਕੀਮਤ ਤੇ ਪਾਸ ਹੋਣਾ ਏ। ਰੂਪ ਨੇ ਆਪਣੀ ਦ੍ਰਿੜਤਾ ਪ੍ਰਿੰਸੀਪਲ ਅੱਗੇ ਜ਼ਾਹਰ ਕੀਤੀ। ਜੇ ਤੁਹਾਡਾ ਮਨ ਤਕੜਾ ਏ ਫਿਰ ਕੋਈ ਅਜਿਹਾ ਕੰਮ ਨਹੀਂ ਜਿਹੜਾ ਅੜਿਆ ਰਹਿ ਸਕੇ। ਪ੍ਰਿੰਸੀਪਲ ਨੇ ਖੁਸ਼ ਹੋ ਕੇ ਉਸ ਨੂੰ ਹੌਸਲਾ ਦਿੱਤਾ। ਕਿਤਾਬਾਂ ਪੁਰਾਣੀਆਂ ਮਿਲ ਜਾਣਗੀਆਂ? ਰੂਪ ਨੂੰ ਬਚਤ ਦਾ ਵੀ ਖਿਆਲ ਸੀ। ਕਿਤਾਬਾਂ ਬਾਰੇ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ, ਸ਼ਾਇਦ ਬਾਜ਼ਾਰੋਂ ਮਿਲ ਜਾਣ। ਚੰਗਾ ਜੀ, ਤੁਹਾਡੀ ਮਿਹਰਬਾਨੀ। ਮੈਂ ਆਪਣਾ ਬਿਸਤਰਾ ਤੇ ਹੋਰ ਲੋੜੀਂਦੀਆਂ ਚੀਜ਼ਾਂ ਕੱਲ ਨੂੰ ਲੈ ਆਵਾਂਗੀ। ਰੂਪ ਨੇ ਹੱਥ ਜੋੜਦਿਆਂ ਬਜ਼ੁਰਗ ਨੂੰ ਸਤਿ ਸ਼੍ਰੀ ਅਕਾਲ ਆਖੀ। ਮਾਲਣ ਨੇ ਰੂਪ ਦੀ ਸਲਾਹ ਨਾਲ ਹਰਨੇਕ ਨੂੰ ਇੱਕ ਦਿਨ ਦੀ ਛੁੱਟੀ ਦਵਾ ਲਈ ਤਾਂ ਕਿ ਅਗਲੇ ਦਿਨ ਸਮਾਨ ਆਦਿ ਲੈ ਕੇ ਆਉਣ ਵਿੱਚ ਤਕਲੀਫ ਨਾ ਹੋਵੇ। ਬੱਚਿਆਂ ਸਦਕਾ ਉਹ ਪਿਛਾਂਹ ਮੁੜਨ ਲਈ ਕਾਹਲੀ ਕਰ ਰਹੀਆਂ ਸਨ। ਕੱਲ ਰਿਕਸ਼ੇ ਤੇ ਤੇਰੇ ਨਾਲ ਕੌਣ ਜਾਂਦਾ ਸੀ ਓਏ? ਹਰਨੇਕ ਦੇ ਸਾਹਮਣੇ ਮੇਜ਼ ਤੇ ਬੈਠੇ ਉਸਦੇ ਯਾਰ ਜੈਬੂ ਡਰਾਈਵਰ ਨੇ ਨਸ਼ਈ ਮੁਸਕਾਨ ਚੋਂ ਪੁੱਛਿਆ। ਮੈਂ ਬੱਚੂ ਯੂਨੀਅਨ ਦੇ ਦਫ਼ਤਰ 'ਚ ਬੈਠਾ ਸੀ। ਓਹੋ, ਉਹ ਤਾਂ ਚਾਚਾ ਮੇਰੀ ਭੈਣ ਸੀ। ਹਰਨੇਕ ਜਵਾਬ ਦਿੰਦਾ ਛਿੱਥਾ ਪੈ ਗਿਆ। ਜੈਬੂ ਦਾ ਖਿਆਲ ਸੀ ਹਰਨੇਕ ਨੇ ਕੋਈ ਮੱਲ ਮਾਰੀ ਹੈ ਤੇ ਇਸੇ ਟੋਹ ਵਿੱਚ ਹੀ ਉਸ ਸੰਗਤਰੇ ਦਾ ਅਧੀਆ ਲਿਆ ਸੀ। ਹਰਨੇਕ ਦੇ ਉੱਤਰ ਨਾਲ ਉਸ ਦਾ ਸਾਰਾ ਨਸ਼ਾ ਲੈ ਗਿਆ। ਉਸ ਕਾਲੀ ਕਰਕੇ ਬਾਕੀ ਬਚਦੀ ਸ਼ਰਾਬ ਗਲਾਸ 'ਚ ਉਲਟਾ ਲਈ ਤੇ 1 ਮਿੰਟ ਦੀ ਦੇਰੀ ਕੀਤੇ ਬਿਨਾਂ ਢਕਾਰ ਗਿਆ। ਉਹ ਦੋਵੇਂ ਇੱਕ ਹੋਟਲ ਦੀ ਉਤਲੀ ਛੱਤ ਉੱਤੇ ਚੋਰੀ ਪੀ ਰਹੇ ਸਨ। ਖੱਟੀ ਦੇ ਲਾਲਚ ਕਾਰਨ ਹੋਟਲ ਵਾਲੇ ਆਪਣੇ ਵਾਕਫਕਾਰਾਂ ਲਈ ਕਾਨੂੰਨੀ ਦੋਸ਼ ਪੀ ਜਾਂਦੇ ਸਨ। ਜੈਬੂ ਦਾ ਪੂਰਾ ਨਾਂ ਸਰਦਾਰ ਅਜੈਬ ਸਿੰਘ ਸੀ। ਉਸ ਕੋਲ ਆਪਣਾ ਟਰੱਕ ਸੀ। ਸ਼ਰਾਬ ਪੀਣ ਅਤੇ ਔਰਤਾਂ ਤਕਾਉਣ ਵਰਗੀਆਂ ਉਸ ਵਿੱਚ ਭੈੜੀਆਂ ਬਾਦੀਆਂ ਪੈ ਚੁੱਕੀਆਂ ਸਨ। ਖਰਚ ਕਰਨ ਦੇ ਸਬੰਧ ਵਿੱਚ ਉਹ ਆਪਣੇ ਯਾਰਾਂ 'ਚ ਬਹੁਤ ਮਸ਼ਹੂਰ ਸੀ। ਉਸ ਦੇ ਟਰੱਕ ਡਰਾਈਵਰ ਯਾਰਾਂ ਉਸ ਦਾ ਨਾਂ ਅਜੈਬ ਸਿੰਘ ਤੋਂ ਛੋਟਾ ਕਰਕੇ ਜੈਬੂ ਰੱਖ ਲਿਆ। ਹਰਨੇਕ ਅਸਲ ਵਿੱਚ ਯਾਰ ਤਾਂ ਆਪਣੇ ਕਲਾਸ ਫੈਲੋ ਲਾਹੌਰਾ ਸਿੰਘ ਦਾ ਸੀ ਜਿਹੜਾ ਜੈਬੂ ਦਾ ਵੱਡਾ ਲੜਕਾ ਸੀ। ਹਰਨੇਕ ਅਤੇ ਲਾਹੌਰਾ ਸਿੰਘ ਦੀ ਦੋਸਤੀ ਫਿਲਮਾਂ ਦੇ ਸ਼ੌਕ ਨੇ ਪੈਦਾ ਕੀਤੀ ਸੀ ਜਿਹੜੀ ਤਰੱਕੀ ਕਰਕੇ ਬਾਪ ਦੀ ਸ਼ਰਾਬ ਤੱਕ ਪਹੁੰਚ ਗਈ। ਇਉਂ ਲੰਡੇ ਨੂੰ ਮੀਣਾ ਤੇ ਮੀਣੇ ਨੂੰ ਘੋਨਾ ਮਿਲ ਗਏ ਸਨ। ਜੈਬੂ ਹਰਨੇਕ ਨਾਲੋਂ ਖਰਚ ਕਰਨ ਵਿੱਚ ਖੁੱਲ੍ਹਾ ਸੀ ਜਿਸ ਦੀ ਕਿ ਉਸ ਨੂੰ ਹਮੇਸ਼ਾ ਘਾਟ ਰਹਿੰਦੀ ਸੀ। ਜੈਬੂ ਨੇ ਅੱਖਾਂ 'ਚ ਨਸ਼ਾ ਲਿਆਉਂਦਿਆਂ ਸੋਚਿਆ, ਭੈਣ ਹੈ ਤਾਂ ਕੀ, ਪਰ ਰਿਕਸ਼ੇ ਨੂੰ ਅੱਗ ਲੱਗੀ ਜਾਂਦੀ ਸੀ। ਉਹ ਢੇਰ ਚਿਰ ਚੁੱਪ ਰਹਿਣ ਪਿੱਛੋਂ ਬੋਲਿਆ, ਉਹ ਇੱਥੇ ਕਿਵੇਂ ਆਈ ਸੀ? ਉਹ ਨੈਸ਼ਨਲ ਕਾਲਜ 'ਚ ਦਾਖਲ ਹੋਈ ਹੈ 10ਵੀਂ ਕਰਨ ਲਈ। ਹਰਨੇਕ ਨਾ ਕੁਝ ਦੱਸਣ ਤੇ ਵੀ ਕਹਿ ਗਿਆ। ਇਹ ਹੁਣ ਪੜ੍ਹਨ ਲੱਗੀ ਹੈ? ਉਸ ਇੱਕ ਹੱਥ ਨਾਲ ਦੋਹਾਂ ਜਬਾੜਿਆਂ ਨੂੰ ਘੁੱਟਿਆ ਹੋਇਆ ਸੀ। ਵਿਆਹੀ ਨਹੀਂ? ਵਿਆਹੀ ਹੈ, ਪੜੋਈਆ ਧਰਮਸ਼ਾਲਾ ਲੱਗਾ ਹੋਇਆ ਏ। ਉਹਨੂੰ ਆਖੀ ਕਿਸੇ ਚੀਜ਼ ਦੀ ਲੋੜ ਹੋਵੇ ਆਪਣੀ ਚਾਚੀ ਤੋਂ ਲੈ ਲਵੇ, ਸੰਗਣ ਦੀ ਲੋੜ ਨਹੀਂ। ਜੈਬੂ ਨੇ ਕੈਂਚੀ ਫੇਰੀ ਦਾੜੀ ਨੂੰ ਜ਼ੋਰ ਨਾਲ ਮਲਿਆ। ਉਸਦੇ ਭਰੇ ਚਿਹਰੇ ਨੂੰ ਕਾਲੇ ਰੰਗ ਨੇ ਲੀਕ ਲਾ ਕੇ ਰੱਖ ਦਿੱਤੀ ਸੀ। ਹਾਲੇ ਸਭ ਕੁਝ ਲੈ ਆਂਦਾ ਹੈ। ਹਰਨੇਕ ਇਹ ਟੌਪਿਕ ਖਤਮ ਕਰ ਦੇਣਾ ਚਾਹੁੰਦਾ ਸੀ। ਜਾ, ਹਾਲੇ ਠੇਕਾ ਖੁੱਲਾ ਹੋਵੇਗਾ। ਇੱਕ ਪਊਆ ਹੋਰ ਫੜ ਲਿਆ। ਕੁਝ ਸਵਾਦ ਨਹੀਂ ਆਇਆ। ਉਸ 5 ਦਾ ਨੋਟ ਹਰਨੇਕ ਨੂੰ ਫੜਾ ਦਿੱਤਾ। ਹੇਠਾਂ ਕਹਿ ਜਾਵੀਂ 1 ਪਲੇਟ ਮੱਛੀ। ਚਾਚਾ, ਬਸ ਹੁਣ ਬਹੁਤ ਠੀਕ ਆ। ਮੇਰੇ ਸੁਪਰਡੈਂਟ ਤੋਂ ਜੁੱਤੀਆਂ ਨਾ ਪਵਾ। ਹਰਨੇਕ ਜਾਣੋ ਮੁਨਕਰ ਸੀ। ਸਾਲਿਆ, ਜੁੱਤੀਆਂ ਪਹਿਲੀ ਵਾਰ ਪੈਣੀਆਂ ਨੇ, ਤੂੰ ਛੇਤੀ ਕਰ। ਜੈਬੂ ਨੇ ਹਰਨੇਕ ਨੂੰ ਧੱਕਾ ਦੇ ਕੇ ਤੋੜ ਦਿੱਤਾ। ਸੜਕ 'ਚ ਆਉਂਦਿਆਂ ਹੀ ਹਰਨੇਕ ਨੂੰ ਹਵਾ ਲੱਗ ਕੇ ਨਸ਼ਾ ਤੇਜ਼ ਹੋ ਗਿਆ। ਉਸ ਲਈ ਤੁਰਨਾ ਔਖਾ ਹੋ ਰਿਹਾ ਸੀ। ਉਸ ਝੱਟ ਹੀ ਰਿਕਸ਼ੇ ਵਾਲੇ ਨੂੰ ਆਵਾਜ਼ ਮਾਰ ਲਈ।